ਅਸੀਂ ਇੱਕ ਵਿਸ਼ੇ ਸ਼ੁਰੂ ਕੀਤਾ ਹੋਇਆ ਜਿਹਦਾ ਨਾਮ ਆ ਮਿਲਾਪ ਦਾ ਤੰਬੂ। ਮਿਲਾਪ ਦਾ ਤੰਬੂ ਜਿੱਥੇ ਪਰਮੇਸ਼ਵਰ ਦੀ ਹਜ਼ੂਰੀ ਹੁੰਦੀ ਸੀਗੀ, ਉਦੋਂ ਮਿਲਾਪ ਦਾ ਤੰਬੂ ਹੋਣ ਦੇ ਵਿੱਚ ਆਇਆ ਜਦੋਂ ਇਸਰਾਇਲੀ ਮਿਸਰ ਦੇ ਵਿੱਚੋਂ ਨਿਕਲ ਕੇ ਆਏ। ਔਰ ਇਸਰਾਇਲੀ ਮਿਸਰ ਤੋਂ ਨਿਕਲਦੇ ਸੀਗੇ ਤੇ ਉਹ ਨਿਕਲੇ ਇਸੇ ਮਕਸਦ ਨਾਲ ਸੀਗੇ ਕਿ ਉਹ ਆਜ਼ਾਦੀ ਦੇ ਨਾਲ ਪਰਮੇਸ਼ਵਰ ਦੀ ਆਰਾਧਨਾ ਕਰ ਸਕਣ। ਆਮੀਨ, ਹਾਲੇਲੂਇਆ। ਉਹ ਕਿਸ ਮਕਸਦ ਨਾਲ ਨਿਕਲੇ ਸੀਗੇ? ਪਰਮੇਸ਼ਵਰ ਕਿਸ ਮਕਸਦ ਨਾਲ ਕੱਢ ਕੇ ਲੈ ਕੇ ਆਇਆ ਉਹਨਾਂ ਨੂੰ? ਕਿਸ ਮਕਸਦ ਨਾਲ ਪਰਮੇਸ਼ਵਰ ਨੇ ਆਪਣੇ ਦਾਸ ਮੂਸਾ ਨੂੰ ਜਗ੍ਹਾ ਤੇ ਘੱਲਿਆ? ਇਸ ਮਕਸਦ ਦੇ ਨਾਲ, ਤਾਂ ਕਿ ਮੇਰੇ ਲੋਕ, ਮੇਰੇ ਚਾਹਣ ਵਾਲੇ ਜਿਹੜੇ ਆ, ਮੇਰੇ ਤਾਲਿਬ ਜਿਹੜੇ ਆ, ਜਿਹੜੇ ਚਾਹੁੰਦੇ ਆ ਕਿ ਉਹਨਾਂ ਦੀ ਸੰਗਤ ਮੇਰੇ ਨਾਲ ਹੋਵੇ, ਉਹਨਾਂ ਦੇ ਵਾਸਤੇ ਪਰਮੇਸ਼ਵਰ ਨੇ ਇੰਤਜ਼ਾਮ ਕੀਤਾ ਤਾਂ ਕਿ ਆਜ਼ਾਦੀ ਦੇ ਨਾਲ ਅਸੀਂ ਪ੍ਰਭੂ ਦੀ ਮਹਿਮਾ ਕਰ ਸਕੀਏ, ਖੁਦਾ ਦੀ ਮਹਿਮਾ ਕਰ ਸਕੀਏ। ਉਹਦੇ ਵਾਸਤੇ ਪਰਮੇਸ਼ਵਰ ਨੇ ਕਿਹਾ, ਜਦ ਤੱਕ ਤੁਸੀਂ ਪੱਕੇ ਘਰਾਂ ਵਿੱਚ ਨਹੀਂ ਵਸਦੇ, ਜਦ ਤੱਕ ਪਰਮੇਸ਼ਵਰ ਦੀ ਹਜ਼ੂਰੀ ਵਾਸਤੇ ਤੁਸੀਂ ਪੱਕਾ ਮੰਦਰ ਨਹੀਂ ਬਣਾਉਂਦੇ, ਉਦੋਂ ਤੱਕ ਪਰਮੇਸ਼ਵਰ ਨੇ ਕਿਹਾ ਮੇਰੀ ਹਜ਼ੂਰੀ ਤੰਬੂ ਦੇ ਵਿੱਚ ਰਵੇਗੀ, ਜਿਹਨੂੰ ਅਸੀਂ ਮਿਲਾਪ ਦਾ ਤੰਬੂ ਕਹਿੰਦੇ ਹਾਂ। ਕਿਉਂਕਿ ਮਿਲਾਪ ਦੇ ਤੰਬੂ ਦੇ ਵਿੱਚ ਹੀ ਐਸਾ ਖੁਦਾ ਨੇ ਇੰਤਜ਼ਾਮ ਕੀਤਾ ਕਿ ਖੁਦਾ ਉਸ ਜਗ੍ਹਾ ਤੇ ਆ ਕੇ ਆਪਣੇ ਲੋਕਾਂ ਦੇ ਨਾਲ ਮਿਲਾਪ ਕਰਦਾ ਸੀਗਾ ਔਰ ਆਪਣੇ ਲੋਕਾਂ ਨੂੰ ਆਪਣੇ ਨਾਲ ਮਿਲਾਉਂਦਾ ਸੀਗਾ। ਉਸ ਸਮੇਂ ਕੁਰਬਾਨੀਆਂ ਦੀਆਂ ਰੀਤੀਆਂ ਚੱਲਦੀਆਂ ਸੀਗੀਆਂ ਔਰ ਭੇਟਾਂ ਚੜਾਈਆਂ ਜਾਂਦੀਆਂ ਸੀਗੀਆਂ। ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਆ ਗਿਆ ਲੀਡ ਕਰਦੇ ਬੱਕਰਿਆਂ ਤੇ ਛਤਰਿਆਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਔਰ ਬੈਲਾਂ ਦੀਆਂ ਕੁਰਬਾਨੀਆਂ ਦਿੱਤੀ ਜਾਂਦੀ ਸੀਗੀ, ਕਬੂਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸੀਗੀਆਂ। ਇਸ ਤਰ੍ਹਾਂ ਦੇ ਬਹੁਤ ਸਾਰੇ ਜਾਨਵਰਾਂ ਦੀ ਕੁਰਬਾਨੀਆਂ ਜਿਹੜੀਆਂ ਸੀ ਦਿੱਤੀਆਂ ਜਾਂਦੀਆਂ ਸੀਗੀਆਂ। ਪਰ ਪਰਮੇਸ਼ਵਰ ਨੇ ਉਸ ਵੇਲੇ ਮਿਲਾਪ ਦੇ ਤੰਬੂ ਵਿੱਚ ਵੀ ਆਪਣੀ ਹਜ਼ੂਰੀ ਰੱਖੀ ਸੀਗੀ। ਔਰ ਮਿਲਾਪ ਦੇ ਤੰਬੂ ਵਿੱਚ 3 ਹਿੱਸੇ ਸੀਗੇ ਮੇਨ। ਇੱਕ ਜਿਹੜਾ ਵਿਹੜਾ ਸੀਗਾ, ਆਂਗਣ ਸੀਗਾ, ਔਰ ਇੱਕ ਪਵਿੱਤਰ ਸਥਾਨ ਸੀਗਾ, ਔਰ ਇੱਕ ਅਤੀ ਪਵਿੱਤਰ ਸਥਾਨ ਸੀਗਾ ਜਿੱਥੇ ਪਰਮੇਸ਼ਵਰ ਦੀ ਹਜ਼ੂਰੀ ਹੁੰਦੀ ਸੀ। ਅਤੀ ਪਵਿੱਤਰ ਸਥਾਨ ਦੇ ਅੰਦਰ ਜਿੱਥੇ ਮਹਾਜਾਜਕ ਜਾਂਦਾ ਹੁੰਦਾ ਸੀਗਾ ਔਰ ਪਵਿੱਤਰ ਸਥਾਨ ਦੇ ਅੰਦਰ ਜਾਜਕ ਜਾਂਦਾ ਹੁੰਦਾ ਸੀਗਾ। ਔਰ ਉਸ ਤੋਂ ਬਾਅਦ ਖੁਦਾ ਦਾ ਸੇਵਕ ਲੋਕਾਂ ਨੂੰ ਤਿਆਰ ਕਰਕੇ ਆਂਗਣ ਤੱਕ ਲਿਆ ਕੇ ਉਹਨਾਂ ਨੂੰ ਪਵਿੱਤਰ ਕਰਕੇ ਫਿਰ ਉਹਨਾਂ ਦੀ ਕੁਰਬਾਨੀ ਜਿਹੜੀ ਉਹ ਦਿੱਤੀ ਜਾਂਦੀ ਸੀਗੀ ਤੇ ਫਿਰ ਉਹਨਾਂ ਦਾ ਪ੍ਰਭੂ ਦੀ ਹਜ਼ੂਰੀ ਵਿੱਚ ਆਉਣਾ, ਉਹਨਾਂ ਦੀਆਂ ਭੇਟਾਂ ਕਬੂਲ ਕੀਤੀਆਂ ਜਾਂਦੀਆਂ ਸੀਗੀਆਂ। ਸੋ ਇਹਨਾਂ ਪ੍ਰੋਸੀਜਰ ਸੀਗਾ, ਇੰਨੇ ਪ੍ਰੋਸੈਸ ਵਿੱਚ ਲੰਘ ਕੇ ਜਿਹੜਾ ਸਾਡੇ ਪਾਪ ਉਦੋਂ ਬਖਸ਼ਾਏ ਜਾਂਦੇ ਸੀਗੇ। ਸੋ ਮਿਲਾਪ ਦਾ ਤੰਬੂ ਹੁਣ ਨਹੀਂ ਰਿਹਾ। ਮਿਲਾਪ ਦਾ ਤੰਬੂ ਮੈਂ ਪਿਛਲੇ ਵਕਤ ਦੱਸਿਆ ਸੀਗਾ ਕਿ ਸਵਰਗ ਦੀ ਉਹ ਨਕਲ ਸੀਗੀ, ਸਵਰਗ ਦੀ ਨਕਲ ਸੀ ਮਿਲਾਪ ਦਾ ਤੰਬੂ ਔਰ ਪ੍ਰਭੂ ਯਿਸੂ ਮਸੀਹ ਮਿਲਾਪ ਦੇ ਤੰਬੂ ਦਾ ਅਸਲ ਆ। ਆਮੀਨ, ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਮਿਲਾਪ ਦੇ ਤੰਬੂ ਦਾ ਕੀ ਆ? ਅਸਲ ਆ। ਯਾਨੀ ਜੋ ਕੁਝ ਮਿਲਾਪ ਦੇ ਤੰਬੂ ਵਿੱਚ ਹੁੰਦਾ ਸੀਗਾ ਉਹ ਸਾਰਾ ਕੁਝ ਪ੍ਰਭੂ ਯਿਸੂ ਮਸੀਹ ਦੇ ਨਾਲ ਹੋਇਆ। ਸੋ ਜੇਕਰ ਪ੍ਰਭੂ ਯਿਸੂ ਮਸੀਹ ਮਿਲਾਪ ਦਾ ਤੰਬੂ ਬਣਿਆ ਤੇ ਫਿਰ ਅਸੀਂ ਵੀ ਮਿਲਾਪ ਦਾ ਤੰਬੂ ਬਣਨਾ ਆ। ਕਿਉਂਕਿ ਜੇਕਰ ਪ੍ਰਭੂ ਯਿਸੂ ਮਸੀਹ ਨੇ ਕੁਰਬਾਨੀ ਦੇ ਕੇ ਸਾਡੇ ਵਾਸਤੇ ਖੂਨ ਬਹਾ ਦਿੱਤਾ, ਸਾਡੀ ਮਾਫੀ ਦੇ ਵਾਸਤੇ ਕੁਰਬਾਨੀ ਦੇ ਦਿੱਤੀ, ਤੇ ਅਸੀਂ ਵੀ ਦੂਜਿਆਂ ਨੂੰ ਪ੍ਰਭੂ ਦੇ ਨਜ਼ਦੀਕ ਲਿਆਉਣ ਦੇ ਵਾਸਤੇ ਅਸੀਂ ਵੀ ਕੁਰਬਾਨੀਆਂ, ਜਿਹੜੀਆਂ ਕੁਰਬਾਨੀਆਂ ਦੇ ਵਾਸਤੇ ਤਿਆਰ ਰਹਿਣਾ ਆ। ਕਈ ਤਰ੍ਹਾਂ ਦੀਆਂ ਕੁਰਬਾਨੀਆਂ ਆ ਔਰ ਮੈਂ ਦੱਸਿਆ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਇੱਕ ਭਲਾਈ ਹੁੰਦੀ ਆ ਤੇ ਇੱਕ ਕੁਰਬਾਨੀ ਹੁੰਦੀ ਆ। ਸੋ ਭਲਾਈ ਜਿਹੜੇ ਉਹ ਸਾਰੇ ਕਰਦੇ ਆ ਤੇ ਕੁਰਬਾਨੀ ਕੋਈ ਕੀ ਕਰਦਾ। ਭਲਾਈ ਸਾਰੇ ਕਰਦੇ ਆ ਪਰ ਕੁਰਬਾਨੀ ਕੋਈ ਕਰਦਾ। ਪ੍ਰਭੂ ਯਿਸੂ ਮਸੀਹ ਨੇ ਕੁਰਬਾਨੀ ਕੀਤੀ ਔਰ ਖੁਦਾ ਪ੍ਰਭੂ ਯਿਸੂ ਦੇ ਚੇਲਿਆਂ ਨੇ ਕੁਰਬਾਨੀਆਂ ਕੀਤੀਆਂ। ਸੋ ਅਸੀਂ ਸਿੱਖਦੇ ਆ ਰਹੇ ਹਾਂ ਕਿ ਕਿਵੇਂ ਪਰਮੇਸ਼ਵਰ ਦੇ ਲੋਕਾਂ ਦੀ ਜਾਂ ਪਰਮੇਸ਼ਵਰ ਦੇ ਭਵਨ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ, ਪਵਿੱਤਰ ਲੋਕਾਂ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ। ਉਹ ਕਰਦੇ ਸਿੱਖਦਿਆਂ ਅਸੀਂ ਜਦੋਂ 4 ਵੱਡੇ ਸਮਰਾਜਾਂ ਦੇ ਬਾਰੇ ਅਸੀਂ ਸਿੱਖਿਆ ਸੀਗਾ, ਹੁਣ ਅਸੀਂ ਆਰਸੀ ਦੇ ਬਾਰੇ ਸਿੱਖ ਰਹੇ ਸੀਗੇ ਕਿ ਆਰਸੀ ਨੇ ਵੀ ਆਪਣਾ ਜਿਹੜਾ ਪੂਰਾ ਰੋਲ ਨਿਭਾਇਆ ਆ ਤਾਂ ਕਿ ਇਮਾਨਦਾਰਾਂ ਦੀ ਇਮਾਨਦਾਰੀ ਨੂੰ ਖਤਮ ਕੀਤਾ ਜਾਵੇ ਔਰ ਇਮਾਨਦਾਰਾਂ ਦੀ ਪਵਿੱਤਰਤਾ ਨੂੰ ਭੰਗ ਕੀਤਾ ਜਾਵੇ। ਸੋ ਅਸੀਂ ਸਿੱਖਿਆ ਸੀਗਾ ਕਿ ਉਹਨਾਂ ਦਿਨਾਂ ਦੇ ਵਿੱਚ 1906 ਦੇ ਵਿੱਚ ਅਮਰੀਕਾ ਦੇ ਵਿੱਚ ਪਵਿੱਤਰ ਆਤਮਾ ਉਤਰਿਆ। ਫਿਰ ਉਸ ਤੋਂ ਬਾਅਦ ਪੂਨੇ ਦੇ ਵਿੱਚ ਗਰਲਜ਼ ਹੋਸਟਲ ਦੇ ਵਿੱਚ ਪਵਿੱਤਰ ਆਤਮਾ ਉਤਰਿਆ। ਕਿਉਂਕਿ ਪਹਿਲੀ ਸਦੀ ਤੋਂ ਬਾਅਦ ਜਦੋਂ ਪੰਤੇਕੁਸਤ ਦਾ ਦਿਨ ਸੀਗਾ ਉਦੋਂ ਪਵਿੱਤਰ ਆਤਮਾ ਬਹੁਤ ਤੇਜ਼ ਦੇ ਨਾਲ ਲੋਕਾਂ ਦੇ ਉੱਤੇ ਉਤਰਿਆ ਤੇ ਉਸੇ ਦਿਨ ਨੂੰ ਜਿਹੜਾ ਸੀਗਾ ਉਹ ਪੱਕੇ ਤੌਰ ਤੇ ਪੰਤੇਕੁਸਤ ਦਾ ਦਿਨ ਕਿਹਾ ਗਿਆ, ਜਿਹੜਾ ਅੱਜ ਤੱਕ ਅਸੀਂ ਉਸ ਨੂੰ ਯਾਦ ਕਰਦੇ ਹਾਂ ਪੰਤੇਕੁਸਤ ਦਿਨ ਨੂੰ। ਉਦੋਂ ਪਵਿੱਤਰ ਆਤਮਾ ਜਿਹੜਾ ਸੀਗਾ ਲੋਕਾਂ ਉੱਤੇ ਉਤਰਦਾ ਹੁੰਦਾ ਸੀਗਾ ਔਰ ਪਹਿਲੀ ਸਦੀ ਤੋਂ ਤੀਸਰੀ ਸਦੀ ਤੱਕ ਆਉਂਦਿਆਂ ਔਰ 19ਵੀਂ ਸਦੀ ਤੱਕ ਆਉਂਦਿਆਂ ਜਗ੍ਹਾ ਪਵਿੱਤਰ ਆਤਮਾ ਜਿਹੜਾ ਸੀਗਾ ਉਹ ਲੋਕਾਂ ਦੇ ਵਿੱਚ ਉਹਦਾ ਜੋਸ਼ ਠੰਡਾ ਹੋਣਾ ਸ਼ੁਰੂ ਹੋ ਗਿਆ। ਪਰ 1900 ਦੇ ਵਿੱਚ 19ਵੀਂ ਸਦੀ ਦੇ ਵਿੱਚ ਫਿਰ ਪਵਿੱਤਰ ਆਤਮਾ ਨੇ ਜ਼ੋਰ ਪਾਇਆ, ਫਿਰ ਪਵਿੱਤਰ ਆਤਮਾ ਪੂਰੇ ਜ਼ੋਰ ਦੇ ਨਾਲ ਉਤਰਿਆ ਔਰ ਤਾਂ ਕਿ ਪਰਮੇਸ਼ਵਰ ਦੇ ਲੋਕਾਂ ਨੂੰ, ਕਿਉਂਕਿ 19ਵੀਂ ਸਦੀ ਔਰ 20ਵੀਂ ਸਦੀ ਇਹਨੂੰ ਮਿਲੇਨੀਅਮ ਈਅਰ ਵੀ ਕਹਿੰਦੇ, ਸ਼ਾਇਦ ਮਿਲੇਨੀਅਮ ਹੈ ਨਾ, ਜਦ ਕਿ 20ਵੀਂ ਸਦੀ ਆ ਗਈ, ਮਿਲੇਨੀਅਮ ਈਅਰ ਆ ਗਿਆ ਔਰ ਇਹਦੇ ਵਿੱਚ ਲੋਕਾਂ ਨੇ ਬੜੀ ਤਰੱਕੀ ਕਰ ਲਈ, ਲੋਕ ਬੜੇ ਡਿਜੀਟਲ ਹੋ ਗਏ ਔਰ ਲੋਕਾਂ ਦੀਆਂ ਸੋਚਾਂ ਬਦਲ ਗਈਆਂ। ਪਹਿਲਾਂ ਜਿਹੜੀਆਂ ਸੋਚਾਂ ਉੱਦਾਂ ਦੀਆਂ ਵੈਸੇ ਲੋਕਾਂ ਦੀਆਂ ਸੋਚਾਂ ਨਹੀਂ ਰਹੀਆਂ। ਸੋ ਜਿੱਥੇ
ज़्यादा ਡਿਵੈਲਪਿੰਗ ਹੁੰਦੀ ਆ, ਜਾਂ ਜਿੱਥੇ ਸੋਚ ਵੱਧਦੀ ਆ, ਜਿੱਥੇ ਡਿਜੀਟਲ ਜ਼ਮਾਨਾ ਆ ਗਿਆ, ਉੱਥੇ ਫਿਰ ਪਾਪ ਦੇ ਜਿਹੜੇ ਆ ਉਹ ਤਰੀਕੇ ਵੀ ਡਿਜੀਟਲ ਹੋ ਜਾਂਦੇ ਆ ਨਾ। ਜਿਵੇਂ ਜੇ ਬਾਕੀ ਸਾਰੇ ਕੰਮ ਡਿਜੀਟਲ ਹੋਏ ਆ, ਫਿਰ ਪਾਪ ਵੀ ਡਿਜੀਟਲ ਹੋ ਗਿਆ। ਹੁਣ ਪਾਪ ਡਿਜੀਟਲ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਕਾਰਜ ਕਰਦਾ। ਹੁਣ ਪਾਪ ਔਰ ਸ਼ੈਤਾਨ ਔਰ ਸਰੀਰ ਇਹ ਡਿਜੀਟਲ ਤਰੀਕੇ ਦੇ ਨਾਲ ਇਮਾਨਦਾਰਾਂ ਦੀ ਜ਼ਿੰਦਗੀ ਵਿੱਚ ਕਾਰਜ ਕਰਦੇ ਆ, ਤੇ ਇਮਾਨਦਾਰਾਂ ਦੀ ਪਵਿੱਤਰਤਾ ਨੂੰ ਨਾਸ ਕਰਦੇ ਆ। ਤੇ ਇਮਾਨਦਾਰਾਂ ਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਹੋ ਗਿਆ, ਹੈ ਨਾ। ਉਦੋਂ ਪਤਾ ਲੱਗਦਾ ਜਦੋਂ ਸਾਰਾ ਕੁਝ ਤਬਾਹ ਹੀ ਹੋ ਜਾਂਦਾ, ਖਤਮ ਹੀ ਹੋ ਜਾਂਦਾ। ਬੜੀਆਂ ਤੁਸੀਂ ਮਿਸਾਲਾਂ ਵੀ ਸੁਣੀਆਂ ਹੋਣਗੀਆਂ। ਫਿਰ ਕਈ ਵਾਰ ਤੌਬਾ ਕਰਕੇ ਫਿਰ ਵਾਪਸ ਆਉਂਦੇ ਆ, ਹੈ ਨਾ। ਪਰ ਜੋ ਸਾਨੂੰ ਰੱਬ ਨੇ ਦਿੱਤਾ ਆ, ਉਹਦੀ ਅਸੀਂ ਨਿਗਰਾਨੀ ਕਰਨੀ ਆ, ਉਹਦੀ ਅਸੀਂ ਸੰਭਾਲ ਕਰਨੀ ਆ। ਜੇਕਰ ਸਾਨੂੰ ਪਰਮੇਸ਼ਵਰ ਨੇ ਗਾਉਣ ਦਾ ਤੋੜਾ ਦਿੱਤਾ ਆ, ਤੇ ਅਸੀਂ ਉਹਦੀ ਕੀ ਕਰਨੀ ਆ? ਤੋੜਾ, ਮੰਨ ਲਓ ਸਾਡੇ ਕੋਲ ਗਾਉਣ ਦਾ ਤੋੜਾ ਆ, ਹੈ ਨਾ, ਉਹਨੂੰ ਕੀ ਕਰਨਾ? ਅਸੀਂ ਮਿੱਟੀ ਵਿੱਚ ਜਾ ਕੇ ਦੱਬਣਾ ਨਹੀਂ ਦੱਬਣਾ। ਮਿੱਟੀ ਵਿੱਚ ਦੱਬ ਦੇਵਾਂਗੇ ਤੇ ਉਹ ਇਸਤੇਮਾਲ ਹੀ ਨਹੀਂ ਹੋਣਾ, ਉਹਦਾ ਵਾਧਾ ਨਹੀਂ ਹੋਣਾ। ਤੇ ਫਿਰ ਮਾਲਕ ਕੀ ਕਰੇਗਾ? ਬਈ ਇਹਦੇ ਕਿਸੇ ਕੰਮ ਦਾ ਨਹੀਂ ਹੈਗਾ, ਇਹਦੇ ਕੋਲੋਂ ਗਾਉਣ ਦਾ ਤੋੜਾ ਵਾਪਸ। ਜੇ ਕਿਸੇ ਕੋਲ ਲਿਖਣ ਦਾ ਤੋੜਾ ਆ, ਹੈ ਨਾ, ਗੀਤ ਲਿਖਣ ਦਾ ਤੋੜਾ ਆ, ਜੇ ਉਹ ਇਸਤੇਮਾਲ ਨਹੀਂ ਕਰੂਗਾ ਤੇ ਫਿਰ ਮਾਲਕ ਨੇ ਕਹਿਣਾ ਨਹੀਂ ਵੀ ਇਹਦੇ ਕੋਲ ਵੀ ਕੰਮ ਸੂਤ ਨਹੀਂ ਆਇਆ, ਇਹਦੇ ਕੋਲ ਵੀ ਤੋੜਾ ਵਾਪਸ ਲੈ ਲਵੋ। ਪਰਮੇਸ਼ਵਰ ਅਗਰ ਕੋਈ ਤੋੜਾ ਦਿੰਦਾ, ਕੋਈ ਖਿਦਮਤ ਦਿੰਦਾ ਆ, ਤੇ ਪਰਮੇਸ਼ਵਰ ਉਮੀਦ ਕਰਦਾ ਆ ਵੀ ਇਹਦੇ ਤੋਂ ਜਿਹੜਾ ਆ 100 ਗੁਣਾ ਫਲ ਆਵੇ। ਆਮੀਨ, ਹਾਲੇਲੂਇਆ। ਸੋ ਜੇਕਰ ਸਾਨੂੰ ਕੋਈ ਤੋੜਾ ਮਿਲਿਆ ਤੇ ਅਸੀਂ ਉਹਦੀ ਕੀ ਕਰਨੀ ਆ? ਨਿਗਰਾਨੀ ਵੀ ਕਰਨੀ, ਉੱਤੇ ਮਿਹਨਤ ਵੀ ਕਰਨੀ ਆ, ਔਰ ਉਹਨੂੰ ਅਸੀਂ ਹੋਰ ਡਿਵੈਲਪ ਕਰਨਾ ਤਾਂ ਕਿ ਉਹ ਤੋਂ 100 ਗੁਣਾ ਫਲ ਮਿਲ ਸਕੇ। ਪਰਮੇਸ਼ਵਰ ਵੀ ਇਹੋ ਹੀ ਚਾਹੁੰਦਾ ਆ, ਹੈ ਨਾ। ਕਿਤੇ 30 ਗੁਣਾ, ਕਿਤੇ 60 ਗੁਣਾ। ਪਰ ਪਰਮੇਸ਼ਵਰ ਕਿਹਨੂੰ ਪਸੰਦ ਕਰਦਾ? ਹਾਂਜੀ, ਪਰਮੇਸ਼ਵਰ 100 ਨੂੰ ਪਸੰਦ ਕਰਦਾ। ਕਿਉਂਕਿ ਜੇ ਪਰਮੇਸ਼ਵਰ ਕਾਮਿਲ ਆ, ਪ੍ਰਭੂ ਯਿਸੂ ਮਸੀਹ ਕਾਮਿਲ ਆ, ਉਹਦਾ ਕਲਾਮ ਕਾਮਿਲ ਆ, ਤੇ ਫਿਰ ਕਲਾਮ ਨੂੰ ਪੜ੍ਹਨ ਵਾਲੇ, ਪਰਮੇਸ਼ਵਰ ਤੇ ਵਿਸ਼ਵਾਸ ਕਰਨ ਵਾਲੇ, ਔਰ ਪ੍ਰਭੂ ਯਿਸੂ ਤੇ ਵਿਸ਼ਵਾਸ ਕਰਨ ਵਾਲੇ, ਪ੍ਰਭੂ ਯਿਸੂ ਮਸੀਹ ਵੀ ਇਹੋ ਚਾਹੁੰਦਾ, ਪਰਮੇਸ਼ਵਰ ਵੀ ਇਹੋ ਚਾਹੁੰਦਾ, ਤਾਂ ਕਿ ਜਿਹੜੇ ਉੱਤੇ ਵਿਸ਼ਵਾਸ ਕਰਦੇ ਉਹ ਵੀ ਕਾਮਿਲ ਹੋ ਜਾਣ। ਪਿਛਲੇ ਹਫ਼ਤੇ ਗੀਤ ਗਾਇਆ ਸੀ ਨਾ ਤੁਸੀਂ, ਤੂੰ ਕਾਮਿਲ ਹੈ ਮੈਂ ਵੀ ਕਮਾਲ ਬਣਨਾ। ਅਸੀਂ ਜੇ ਉਹ ਕਾਮਿਲ ਆ ਤੇ ਅਸੀਂ ਵੀ ਕੀ ਬਣਨਾ? ਕਮਾਲ। ਕੀ ਕਹਿੰਦਾ? ਵਾਹ ਕਮਾਲ, ਹੈ ਨਾ। ਕਮਾਲ ਤੋਂ ਵੀ ਕੀ ਆ? ਥੋੜਾ ਉੱਪਰ ਆ। ਤੇ ਅਸੀਂ ਵਾਹ ਕਮਾਲ ਹੀ ਬਣਨਾ, ਅਸੀਂ ਕਮਾਲ ਬਣਨਾ ਆ। ਤੇ ਪ੍ਰਭੂ ਯਿਸੂ ਮਸੀਹ ਬੇਮਿਸਾਲ ਆ, ਹੈ ਨਾ। ਅਸੀਂ ਮੈਨੂੰ ਗੀਤ ਉਹਦਾ ਯਾਦ ਆ ਜਾਂਦਾ, ਮੈਨੂੰ ਗਾਉਣ ਲੱਗਿਆ ਨਹੀਂ ਪਤਾ ਲੱਗਦਾ ਕੀ ਆ, ਹੈ ਨਾ। ਪਰ ਜਿੱਦਾਂ ਪ੍ਰਭੂ ਯਿਸੂ ਮਸੀਹ ਯਾਦ ਕਰਾਉਂਦੇ ਹਨ, ਇਹ ਪ੍ਰਭੂ ਯਿਸੂ ਮਸੀਹ ਪਵਿੱਤਰ ਆਤਮਾ ਦੇ ਦੁਆਰਾ, ਹੈ ਨਾ। ਕਲਾਮ 'ਚ ਲਿਖਿਆ ਪਵਿੱਤਰ ਆਤਮਾ ਭੁੱਲੀਆਂ ਗੱਲਾਂ ਨੂੰ ਕੀ ਕਰਦਾ? ਯਾਦ ਕਰਾਉਂਦਾ। ਸੋ ਪਵਿੱਤਰ ਆਤਮਾ ਮੇਨ ਇੱਕ ਚੀਜ਼ ਆ, ਸ਼ਕਤੀ ਆ ਸਾਡੇ ਵਾਸਤੇ, ਕਿ ਪਵਿੱਤਰ ਆਤਮਾ ਦੇ ਦੁਆਰਾ ਸਾਨੂੰ ਭੁੱਲੀਆਂ ਗੱਲਾਂ ਵੀ ਯਾਦ ਆਉਂਦੀਆਂ। ਪਵਿੱਤਰ ਆਤਮਾ ਸਾਡੇ ਲਈ ਸ਼ਕਤੀ ਆ। ਬਾਈਬਲ ਵਿੱਚ 2 ਸ਼ਕਤੀਆਂ ਦਾ ਜ਼ਿਕਰ ਆਇਆ। ਅਸੀਂ ਪਿਛਲੇ ਹਫ਼ਤੇ ਇੱਕ ਰਾਜਾ ਦੇ ਬਾਰੇ ਡਿਸਕਸ ਕਰਦੇ ਸੀਗੇ, ਰਾਜਾ ਕੌਂਸਟੈਂਟਾਈਨ। ਉਹਦੇ ਬਾਰੇ ਜ਼ਿਕਰ ਕਰਦੇ ਸੀਗੇ ਕਿ ਉਹਨੇ ਇੱਕ ਸੁਪਨਾ ਵੇਖਿਆ ਸੀ ਸਲੀਬ ਦਾ, ਹੈ ਨਾ। ਤੇ ਰੋਮੀਆਂ ਵਿੱਚ ਲਿਖਿਆ ਸਲੀਬ ਦੀ ਕਥਾ ਉਹਨਾਂ ਦੇ ਭਾਣੇ ਮੂਰਖਤਾ ਆ ਜਿਹੜੇ ਨਾਸ਼ ਹੋ ਰਹੇ ਆ, ਪਰ ਸਾਡੇ ਲਈ ਕੀ ਹੈ? ਸ਼ਕਤੀ ਆ। ਸਲੀਬ ਦੀ ਕਥਾ ਉਹਨਾਂ ਦੇ ਭਾਣੇ ਮੂਰਖਤਾ ਆ ਜਿਹੜੇ ਨਾਸ਼ ਹੋ ਰਹੇ ਆ, ਪਰ ਸਾਡੇ ਲਈ ਕੀ ਆ? ਉਹ ਸ਼ਕਤੀ। ਉਸ ਰਾਜੇ ਦੇ ਵਾਸਤੇ ਵੀ ਸ਼ਕਤੀ ਬਣਿਆ, ਹੈ ਨਾ। ਸੋ ਪਵਿੱਤਰ ਆਤਮਾ ਵੀ ਸਾਡੇ ਵਾਸਤੇ, ਪਵਿੱਤਰ ਆਤਮਾ ਸਾਡੇ ਵਾਸਤੇ ਸ਼ਕਤੀ ਆ। ਕਲਾਮ 'ਚ ਲਿਖਿਆ ਪਵਿੱਤਰ ਆਤਮਾ ਸਾਡੇ ਵਾਸਤੇ ਕੀ ਆ? ਸਾਡੀ ਸ਼ਕਤੀ ਆ। ਸੋ ਅਸੀਂ ਆਪਣੀ ਸ਼ਕਤੀ ਨੂੰ ਜਿਹੜਾ ਆ ਉਹ ਪਰਮੇਸ਼ਰ ਦੇ ਕੋਲੋਂ ਪਾਉਣਾ ਆ, ਤੇ ਸ਼ਕਤੀ ਦੀ ਅਸੀਂ ਨਿਗਰਾਨੀ ਵੀ ਕਰਨੀ ਆ। ਬੋਲੋ ਹਾਲੇਲੂਇਆ। ਅੱਜ ਅਸੀਂ ਪਰਮੇਸ਼ਰ ਦੇ ਕਲਾਮ 'ਚ ਸਿੱਖਾਂਗੇ, ਇੱਕ ਹਿੱਸਾ ਪੜ੍ਹਾਂਗੇ ਅਸੀਂ ਯੋਏਲ ਨਬੀ ਦੀ ਕਿਤਾਬ। ਪਵਿੱਤਰ ਆਤਮਾ ਦੇ ਨਾਮ ਤੋਂ ਹੀ ਸਾਨੂੰ ਪਤਾ ਲੱਗਦਾ ਆ ਕਿ ਪਵਿੱਤਰ ਆਤਮਾ ਇੱਕ ਪਵਿੱਤਰ ਸ਼ਕਤੀ ਆ, ਇੱਕ ਐਸੀ ਸਪਿਰਿਟ ਆ ਜੋ ਪਰਮੇਸ਼ਰ ਦੇ ਵੱਲੋਂ, ਪਵਿੱਤਰ ਪਰਮੇਸ਼ਰ ਦੇ ਵੱਲੋਂ ਸਾਨੂੰ ਉਹ ਮਿਲਦੀ ਆ। ਅੱਜ ਅਸੀਂ ਯੋਏਲ ਨਬੀ ਦੀ ਕਿਤਾਬ ਪੜ੍ਹਾਂਗੇ। ਯੋਏਲ ਨਬੀ ਦੀ ਕਿਤਾਬ 2 ਬਾਬ, ਉਹਦੀ 28 ਔਰ 29 ਆਇਤ ਪੜ੍ਹਾਂਗੇ। ਧੰਨਵਾਦ ਹੋ ਇਹਦੇ ਮਗਰੋਂ ਪਾਉਂ ਹੋਵੇਗਾ, ਮੈਂ ਆਪਣਾ ਆਤਮਾ ਸਾਰੇ ਜੀਵਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਹਵਾ ਨੂੰ ਆਪ ਕਰਨਗੇ। ਤੁਹਾਡੇ ਬੁੱਢੇ ਸੁਪਨੇ ਵੇਖਣਗੇ, ਜਵਾਨ ਦਰਸ਼ਨ ਵੇਖਣਗੇ। ਨਾਲੇ ਮੈਂ ਦਾਸਾਂ ਹਰ ਦਾਸੀਆਂ ਉੱਤੇ ਉਹੀ ਜਿਵੇਂ ਆਪਣਾ ਆਤਮਾ ਵਹਾਵਾਂਗਾ।
बस हालेलुया। योएल नबी दे बारे अगर असीं सीखना चाहिए तो कई बार सानूं पता नहीं लगता कि योएल नबी किस राजे के समय दे विच होया जां उस वेले किहड़े राजे का राज सीगा। योएल नबी किस समय की गल करता है, पर एक इस गल का जरूर पता लगता है कि योएल नबी ने इस जगह पर ये जिहड़ी गल कीती आ, एक पवित्र आत्मा की गल कीती आ, पवित्र आत्मा की दात के बारे गल की आ। और योएल नबी पवित्र आत्मा का वचन योएल नबी से परमेश्वर ने प्रगट किया, तो योएल नबी ने अपनी किताब के विच लिखिया आ। असीं दुबारा पढ़ांगे 28 आयत नूं। ਇਹਦੇ ਮਗਰੋਂ ਇਉਂ ਹੋਵੇਗਾ ਇਹਦੇ ਮਗਰੋਂ ਇਉਂ ਹੋਵੇਗਾ ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਦੇ ਉੱਤੇ ਆਪਣਾ ਆਤਮਾ ਬਹਾਵਾਂਗਾ। ਉਹਨਾਂ ਸਰੀਰਾਂ ਦੇ ਉੱਤੇ ਪਰਮੇਸ਼ਰ ਨੇ ਜੋਇਲ ਨਬੀ ਦੇ ਦੁਆਰਾ ਕਿਹਾ ਆ ਕਿ ਮੈਂ ਆਪਣਾ ਆਤਮਾ ਉਹਨਾਂ ਦੇ ਉੱਤੇ ਬਹਾਵਾਂਗਾ ਜਿਹੜੇ ਉਹਦੇ ਚਾਹਣ ਵਾਲੇ ਆ, ਜਿਹੜੇ ਉਹਦੇ ਤਾਲਿਬ ਆ, ਜਿਹੜੇ ਪਰਮੇਸ਼ਵਰ ਨੂੰ ਮਿਲਣ ਦੀ ਪਿਆਸ ਰੱਖਦੇ ਆ, ਜਿਹੜੇ ਚਾਹੁੰਦੇ ਆ ਕਿ ਉਹ ਸਵਰਗ ਰਾਜ ਦੇ ਵਿੱਚ ਚਲੇ ਜਾਣ। ਔਰ ਸਵਰਗ ਰਾਜ ਵਿੱਚ ਜਾਣ ਦੇ ਵਾਸਤੇ ਜੈਸਾ ਪ੍ਰੋਸੈਸ ਮਿਲਾਪ ਦੇ ਤੰਬੂ ਵਿੱਚ ਸੀਗਾ, ਵੈਸਾ ਹੀ ਪ੍ਰੋਸੈਸ ਸਵਰਗ ਨੂੰ ਜਾਣ ਦੇ ਵਾਸਤੇ ਵੀ ਵੈਸਾ ਹੀ ਪ੍ਰੋਸੈਸ ਦੇ ਵਿੱਚੋਂ ਅਸੀਂ ਲੰਘਣਾ ਆ। ਸੋ ਜੋਇਲ ਨਬੀ ਨੇ ਕਿਹਾ ਕਿ ਉਹਨੇ ਦਿਨੀ ਉਹਨਾਂ ਦਿਨਾਂ ਦੇ ਵਿੱਚ ਮੈਂ ਆਪਣਾ ਆਤਮਾ ਸਭ ਸਰੀਰਾਂ ਦੇ ਉੱਤੇ ਬਹਾ ਦੇਵਾਂਗਾ। ਔਰ ਪਵਿੱਤਰ ਆਤਮਾ ਨੂੰ ਪਾਉਣ ਦਾ ਕੋਈ ਫਾਰਮੂਲਾ ਐਡਾ ਵੱਡਾ ਕੋਈ ਹੈ ਨਹੀਂਗਾ। ਪਵਿੱਤਰ ਆਤਮਾ ਨੂੰ ਪਾਉਣ ਦਾ ਕੋਈ ਵੀ ਫਾਰਮੂਲਾ ਨਹੀਂ ਆ। ਕਿਤਾਬਾਂ ਨੂੰ ਯਾਦ ਕਰਨ ਦੇ ਫਾਰਮੂਲੇ ਹੈਗੇ ਆ, ਨਬੀਆਂ ਦੇ ਨਾਮਾਂ ਨੂੰ ਯਾਦ ਕਰਨ ਦੇ ਫਾਰਮੂਲੇ ਹੈਗੇ ਆ, ਮੈਥੇਮੈਟਿਕਸ ਨੂੰ ਹੱਲ ਕਰਨ ਦੇ ਦਾ ਸਿੱਖਣ ਦੇ ਫਾਰਮੂਲੇ ਹੈਗੇ ਆ, ਹਿਸਟਰੀ ਨੂੰ ਯਾਦ ਕਰਨ ਦੇ ਫਾਰਮੂਲੇ ਹੈਗੇ ਆ, ਕੱਪੜੇ ਸੀਨ ਦੇ ਫਾਰਮੂਲੇ ਹੈਗੇ ਆ, ਬਾਕੀ ਘਰ ਬਣਾਉਣ ਦੇ ਫਾਰਮੂਲੇ ਹੈਗੇ ਆ। ਪਰ ਪਵਿੱਤਰ ਆਤਮਾ ਨੂੰ ਪਾਉਣ ਦਾ ਕੋਈ ਵੀ ਫਾਰਮੂਲਾ ਨਹੀਂ ਹੈ। ਪਰਮੇਸ਼ਰ ਨੇ ਕਿਹਾ ਮੈਂ ਉਹਨੇ ਦਿਨ ਦੇ ਵਿੱਚ ਆਪਣਾ ਆਤਮਾ ਉਹਨਾਂ ਸਭਨਾਂ ਦੇ ਉੱਤੇ ਬਹਾਵਾਂਗਾ। ਕਿਹਨਾਂ ਸਭਨਾਂ ਦੇ ਉੱਤੇ? ਜਿਹੜੇ ਪਰਮੇਸ਼ਰ ਨੂੰ ਪਿਆਰ ਕਰਦੇ ਆ, ਜਿਹੜੇ ਪਰਮੇਸ਼ਰ ਨੂੰ ਚਾਹੁੰਦੇ ਆ, ਜਿਹੜੇ ਪਰਮੇਸ਼ਰ ਦੀ ਪਿਆਸ ਰੱਖਦੇ ਆ ਕਿ ਅਸੀਂ ਰੱਬ ਨੂੰ ਪਾਉਣਾ, ਅਸੀਂ ਪ੍ਰਭੂ ਯਿਸੂ ਮਸੀਹ ਨੂੰ ਪਾਉਣਾ, ਔਰ ਅਸੀਂ ਪਰਮੇਸ਼ਰ ਦੇ ਕਲਾਮ ਨੂੰ ਜਿਹੜਾ ਆ ਉਹ ਪੂਰਾ ਕਰਨਾ ਆ। ਹਾਂਜੀ ਦੁਬਾਰਾ ਪੜਾਂਗੇ। ਇਹਦੇ ਮਗਰੋਂ ਇਉਂ ਹੋਵੇਗਾ ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਬਹਾਵਾਂਗਾ ਅਤੇ ਤੁਹਾਡੇ ਪੁੱਤਰ ਤੁਹਾਡੀਆਂ ਧੀਆਂ ਅਗਮ ਵਾਹ ਕਰਨਗੇ। ਬੋਲੋ ਹਾਲੇਲੂਇਆ। ਤੁਹਾਡੇ ਪੁੱਤਰ ਵੀ ਤੇ ਤੁਹਾਡੀਆਂ ਧੀਆਂ ਵੀ ਕੀ ਕਰਨਗੇ? ਅਗਮ ਵਾਹ ਕਰਨਗੇ। ਤੁਹਾਡੇ ਪੁੱਤਰ ਤੁਹਾਡੀਆਂ ਧੀਆਂ ਕੀ ਕਰਨਗੇ? ਫਿਲਮੀ ਗਾਣੇ ਨਹੀਂ ਗਾਉਣਗੇ। ਤੁਹਾਡੇ ਪੁੱਤਰ ਤੇ ਤੁਹਾਡੀਆਂ ਧੀਆਂ ਕੀ ਕਰਨਗੇ? ਅਗਮ ਵਾਹ ਕਰਨਗੇ। ਔਰ ਧੀਆਂ ਵੀ ਤੇ ਪੁੱਤਰ ਵੀ ਅਗਮ ਵਾਹ ਕਰਨਗੇ। ਅੱਛਾ, ਅਗਮ ਵਾਹ ਉਹੀ ਕਰ ਸਕਦਾ ਜਿਹਦੇ ਕੋਲ ਪਵਿੱਤਰ ਆਤਮਾ ਦੀ ਦਾਤ ਆ। ਪਵਿੱਤਰ ਆਤਮਾ ਦੇ ਵਿੱਚੋਂ ਹੀ ਜਿਹੜੇ ਅਗਮ ਵਾਕ ਉਹੀ ਕਰ ਸਕਦੇ ਜਿਨ੍ਹਾਂ ਦੇ ਕੋਲ ਪਵਿੱਤਰ ਆਤਮਾ ਆ। ਔਰ ਜਿਹੜੇ ਅਗਮ ਵਾਕ ਕਰਦੇ ਆ ਉਹਨਾਂ ਦੀ ਨਿਸ਼ਾਨੀ ਵੀ ਇਹੋ ਹੀ ਆ ਕਿ ਉਹਨਾਂ ਦੇ ਕੋਲ ਪਵਿੱਤਰ ਆਤਮਾ ਹੈਗਾ ਆ। ਇਸੇ ਕਰਕੇ ਅਗਮ ਵਾਕ ਵੀ ਅਗਮ ਵਾਕ ਵੀ ਕਰਦੇ ਆ। ਬਗੈਰ ਪਵਿੱਤਰ ਆਤਮਾ ਦੇ ਅਗਮ ਵਾਕ ਨਹੀਂ ਕੀਤੇ ਜਾ ਸਕਦੇ। ਔਰ ਜਦੋਂ ਅਸੀਂ ਪਵਿੱਤਰ ਆਤਮਾ ਨੂੰ ਪਾਉਂਦੇ ਆ ਤੇ ਨਾਲ ਪਵਿੱਤਰ ਆਤਮਾ ਦੇ ਵਰਦਾਨ ਵੀ ਆ। ਤੇ ਜੇਕਰ ਸਾਡੇ ਕੋਲ ਪਵਿੱਤਰ ਆਤਮਾ ਹਾਲੇ ਤੱਕ ਹੈ ਨਹੀਂਗਾ, गीत बहुत सारे पवित्र आत्मा से लिखे गए हैं, गाए गए हैं। आ पाक रू आ मुझ में, है ना, तू आ पाक रू आ मुझको छू। क्यों पवित्र आत्मा बारे इदा कहा जाता? क्योंकि पवित्र आत्मा जिन्हों छू लेंदा वो पवित्र हो जाता है। बोलो हालेलुया। पवित्र आत्मा जिहदे अंदर चला जाता उन्हें शक्ति मिल जाती है। पवित्र आत्मा जिन्हों दिता मिल जाता है उन्होंने एक पावर मिल जाती है और उन्होंने परमेश्वर के वल्लों अगम वाक करने की शक्ति भी। परमेश्वर क्या उन्हें दिनों में मैं अपना आत्मा सबना के उत्ते बहा देवांगा और तुहाडे पुत्तर ते तुहाडीआं धीआं की करनगे? अगम वाक करनगे। पुत्तर भी ते धीआं भी। पर जेकर वो परमेश्वर की हजूरी दे विच रहणगे, जेकर पवित्र आत्मा पा के परमेश्वर कोलों मंगणगे तां। राती भी असीं गल करदे सीगे, पहलां भी कुछ दिन पहलां मैं अपने भाईआं विच गल कीती सीगी कि परमेश्वर दे कोलों असीं जिस विश्वास नाल जो कुछ भी मंगदे आ ना वो सानूं मिल जांदा है। प्रभु यीशु मसीह ने कहा जैसा तुहाडा विश्वास है वैसा तुहाडे नाल होवे। जान जैसा तुसीं विश्वास रखते हैं। अगर मैं विश्वास रखता है ना कि प्रभु मैं इत्थे खड़े प्रार्थना करा तो जिहड़े पिछले भाई बैठे आ जब मैं हत्थ करा डिग पैण, इदां होऊगा कि नहीं होऊगा? है ना, क्योंकि प्रभु यीशु मसीह ने की कहा जिद्दां तुहाडा विश्वास आ, विश्वास करने वाले दे लई सब कुछ हो सकता है। तो इदां हुंदा भी है। कईयां ने कहा प्रभु मैनू इदां की शक्ति दे दे जदों मैं स्टेज से खड़ा होवां मैं इदां कोट करा तो मेरे इदां कोट करने वाले किन्ने बड़े डिग पैण। डिगदे नहीं डिगदे?
जिद्दां दा तुहाडा विश्वास आ, जिद्दां दा तुसीं चाहुंदे वैसा तुहाडे नाल हो जाता है। कई बार असीं सोचते हैं, मैं सोचता हाँ भी चलो मेरा विश्वास इदां दा, मैं सवेरे जावां ते जांदे मैं इंटरव्यू विच पास हो जावां, है ना। तो फिर की हुंदा, जाके इंटरव्यू च पास, तो फिर गवाही किदां दिंदे, मैं सवेरे प्रार्थना करके गया प्रभु अज मैं पास हो जाना चाहिए, वो पास भी हो जाता। इहदे बड़ियां मिसालां। सो जिद्दां दा तुहाडा विश्वास आ, जेकर साडा विश्वास है कि प्रभु मैं इत्थे खड़ा मैं अखां बंद करके मैं चाहुंदा आ कि इत्थे जिन्ने बीमार आ, जिन्हां दियां जोड़ां विच दर्द आ, जिन्हां सिर विच दर्द आ, और जिन्ने गरीबी विच आ, पर मैनूं दस एक बंदे दा नाम दस दे ते मैं तां कि नाम लै लवां, ते प्रभु की करेगा भला, है ना, दस देवेगा। पर इहदे विच दसना ही आ, कोई आत्मक तरक्की वाली स्वर्ग राज की तैयारी वाली कोई बात है नहीं, क्योंकि पवित्र आत्मा नूं असीं ज़्यादा शरीरकता के वास्ते इस्तेमाल करते हैं, पर आत्मा के वास्ते, आत्मिक होने के वास्ते असीं पवित्र आत्मा के कोल पवित्र आत्मा का काम लै ही नहीं रहे पूरी तरह। जे बंदा एक कंपनी में मैनेजर लगा होया तो लईए उहदे कोल लेबर का काम, असीं मैनेजर के कोलों लेबर का काम लईए, तो यह मतलब तो असीं लेबर ते मैनेजर के कोई फर्क ही नहीं रहा। साडे भाई एक मैनेजर थे, तो कई बार उन्होंने को लेबर का काम लिया जाता है, तो उन्होंने फिर नौकरी छड्डनी पई, है ना। सो मैनेजर के कोलों मैनेजर वाला काम लिया जाए, तो लेबर के कोलों लेबर का काम लिया जाए। कि जेकर पवित्र आत्मा एक शक्ति आ, तो उन्हें शक्ति समझ के ही उन्होंने इस्तेमाल असीं करना है। ये शक्ति सिर्फ अपनी जरूरतों को पूरियां करने वास्ते नहीं कि पवित्र आत्मा की हजूरी च बैठ के और पवित्र आत्मा द्वारा मंगया जाए, है ना, पर वो शक्तियां मंगनियां जिहदे नाल असीं अपने शरीर के उत्ते फतेह पा सकीए। वो शक्ति मंगनी आ, वो शक्ति की ताकत मंगनी आ जिहदे नाल असीं शैतान दा सामना कर सकीए। वो ताकत लैनी आ प्रभु दे कोलों जिहदे नाल असीं इस संसार दा सामना कर सकीए। याकूब ने अपने खत लिखिया कि संसार जिहड़ा आ, संसार दा मित्र चारा परमेश्वर दा वैर आ, है ना। जे असीं संसार नूं मुहब्बत करते हैं, अपने शरीर नूं मुहब्बत करते हैं, तो यह भी परमेश्वर के नाल वैर आ। और जेकर असीं पाप के नाल संबंध रखते हैं, पाप करी जाने बार बार, तो यह भी फिर जिहड़ा आ वो साडे वास्ते जिहड़ा आ वो वैरी दा काम कर सकदा है। संसार, पाप, शैतान, ये शरीर, ये साडे वास्ते की है, साडे लई वैरी सिद्ध हो सकते हैं। पर जेकर असीं सही तरीके दे नाल पवित्र आत्मा नूं इस्तेमाल नहीं करते, बोलो हालेलुया। जोएल नबी ने क्या उन्हां दिनां दे विच मैं अपना आत्मा सबना शरीरां ते बहावांगा। किहड़ा आत्मा भला? पवित्र आत्मा, ताकि जिन्हां ते आत्मा पवित्र आत्मा बहाया जाए वो भी पवित्र हो जाण। होली के दिनों के की हुंदा है, अपने पंजाब तुसीं वेखिया, नॉर्थ में वेखिया, होली के की करते लोग एक दूसरे से की सुट्टदे आ रंग, जिद्दां दा रंग हुंदा उदां दा बंदा नजर आउणा शुरू होंदा। सो पवित्र आत्मा, जेकर पवित्र आत्मा एक हॉली स्पिरिट आ, तुहानूं पवित्रता विच लैके जाना चाहुंदा आ, ते जदों असीं मंगदे आ पवित्र आत्मा, ते पवित्र आत्मा की जिहड़ी कोशिश इहो ही आ कि जिहदे अंदर मैं वास करदा हां, पवित्र आत्मा जिहदे अंदर वास करदा आ वो भी पवित्र हो जाए। तो जेकर पवित्र आत्मा असीं पा लिया आ पर असीं पवित्र नहीं होए, साडी सोच पवित्र नहीं होई, साडे ख्याल पवित्र नहीं होए, साडे काम, साडा बोलना पवित्र नहीं होया, इहदा मतलब हाले तक पवित्र आत्मा साडे अंदर वास कीता ही नहीं आ। योएल नबी ने कहा कि उन्हां दिनां विच मैं आत्मा बहावांगा सबना दे उत्ते, और की होवेगा जदों आत्मा बहाया जाएगा तो की होवेगा? फिर अगम वाक करनगे। और अगम वाक के वास्ते जो अगम असीं वाचते हैं ना, ਉਹਦੇ वास्ते ਜਿਹੜਾ सानू खुदा की हजूरी च बहना पैंदा है, उस खुदा के कोलों मंगना पैंदा, खुदावंद पवित्र आत्मा देता तो वरदान भी मैनू दे दे। उस तो अगे असीं पढ़ांगे, जे किसी ने हिस्सा हैगा किसी को तो पढ़ सकते हैं। हाँ जी, बुढ़े सुपने वेखणगे, हाँ जी, बुढ़े सुपने वेखणगे तो जवान की वेखणगे भला? अच्छा, बुढ़े दर्शन क्यों वेखणगे भला? हाँ जी, बुढ़े दर्शन क्यों वेखणगे? हाँ जी, बुढ़े सुपने क्यों वेखणगे भला? हाँ, इधर दस लिख लगे, बुढ़े की वेखणगे? सुपने वेखणगे, क्योंकि समय हुण की है, उन्होंने तो समय की हो गया भला, समय हुण की उन्होंने थोड़ा, हुण दर्शन किहदे वेखदे भला? स्वर्ग में जाना, स्वर्ग के दर्शन वेखने, प्रभु के नाल मिलाप करना है, प्रभु के नाल साडा मिलाप होवे, ओहदे दर्शन, ओहदे सुपने वेखने हैं। ते जिहड़े जवान है, जवान की करनगे भला? जवान दर्शन वेखणगे।
ਸੁਪਨੇ ਸੁੱਤਿਆਂ ਹੋਇਆਂ ਤੇ ਦਰਸ਼ਨ ਕਹਿੰਦੇ ਨਾ ਅੱਜ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਆ, ਤੁਹਾਡੇ ਦਰਸ਼ਨ ਮਹਿੰਗੇ ਹੋ ਗਏ ਹੈ ਨਾ। ਇਹਦਾ ਮਤਲਬ ਦਰਸ਼ਨ ਜਾਗਦਿਆਂ ਆ ਤੇ ਸੁਪਨੇ ਸੁੱਤਿਆਂ ਹੋਇਆਂ ਆ। ਦਰਸ਼ਨ ਤੇ ਸੁਪਨੇ ਵਿੱਚ ਫਰਕ ਆ। ਤੇ ਜਵਾਨ ਜਿਹੜੇ ਆ ਉਹ ਪ੍ਰਭੂ ਦੇ ਦਰਸ਼ਨ ਕਰਨਗੇ, ਉਹ ਪਰਮੇਸ਼ਵਰ ਦੇ ਦਰਸ਼ਨ ਕਰਨਗੇ, ਪਰਮੇਸ਼ਵਰ ਦੀ ਹਜ਼ੂਰੀ ਦੇ ਦਰਸ਼ਨ ਕਰਨਗੇ। ਯਾਕੂਬ ਦਾ ਨਾਮ ਆ ਗਿਆ। ਯਾਕੂਬ ਦੀ ਗੱਲ ਹੁਣ ਥੋੜੀ ਦੱਸਣੀ ਪੈਣੀ। ਯਾਕੂਬ ਦੇ ਨਾਲ ਜਿਹੜਾ ਘੋਲ ਹੁੰਦਾ ਸੀ ਨਾ ਇਸਰਾਇਲ ਦਾ, ਯਾਕੂਬ ਦੇ ਨਾਲ ਘੋਲ ਹੁੰਦਾ ਸੀ ਦੂਤ ਦਾ, ਹੈ ਨਾ। ਤੇ ਉਸ ਵੇਲੇ ਯਾਕੂਬ ਨੇ ਇਹ ਕਿਹਾ ਆ ਕਿ ਮੈਂ ਪਰਮੇਸ਼ਵਰ ਦੇ ਜੀਂਦੇ ਜੀ ਦਰਸ਼ਨ ਕਰ ਲਏ, ਮੈਂ ਪਰਮੇਸ਼ਵਰ ਨੂੰ ਵੇਖ ਲਿਆ। ਪਰ ਉਹਦੇ ਲੋਕਾਂ ਦਾ ਵਿਸ਼ਵਾਸ ਨਹੀਂ ਹੁੰਦਾ ਸੀਗਾ ਕਿ ਕੋਈ ਵੀ ਪਰਮੇਸ਼ਵਰ ਨੂੰ ਵੇਖ ਨਹੀਂ ਸਕਦਾ। ਉਹ ਕਹਿੰਦਾ ਮੈਂ ਵੇਖ ਲਿਆ ਪਰਮੇਸ਼ਵਰ ਨੂੰ। ਤੇ ਜੁਐਲ ਨਬੀ ਨੇ ਕਿਹਾ ਕੀ ਕਿਹਾ ਸੀਗਾ, ਤੁਹਾਡੇ ਜਵਾਨ ਕੀ ਕਰਨਗੇ, ਦਰਸ਼ਨ ਵੇਖਣਗੇ। ਇਦਾਂ ਬੜੇ ਜਵਾਨਾਂ ਨੇ ਪਰਮੇਸ਼ਵਰ ਦਰਸ਼ਨ ਕੀਤੇ ਆ। ਔਰ ਯਾਕੂਬ ਨੇ ਉਸ ਜਗ੍ਹਾ ਤੇ ਘੋਲ ਕੀਤਾ ਤੇ ਉਸ ਤੋਂ ਬਾਅਦ ਯਾਕੂਬ ਦਾ ਨਾਮ ਕੀ ਰੱਖਿਆ ਗਿਆ। ਹਾਂਜੀ, ਪਿਛਲੇ ਦਿਨਾਂ ਦੇ ਵਿੱਚ ਮੈਂ ਸੁਣਦਾ ਸੀਗਾ ਆਪਣੇ ਸਾਡੇ ਗਰੁੱਪ ਦੇ ਉੱਪਰ ਚੀਜ਼ਾਂ ਸੁਣੀ ਦੀਆਂ ਇੱਦਾਂ ਦੀਆਂ, ਹੈ ਨਾ। ਕਹਿੰਦੇ ਵੀ ਯਾਕੂਬ ਜਿਹੜਾ ਸੀਗਾ ਨਾ, ਯਾਕੂਬ ਪਹਿਲਾਂ ਨਾਂ ਕਿਵੇਂ ਯਾਕੂਬ ਦਾ ਬਣਾ, ਥੋੜੀ ਜਿਹੀ ਗੱਲ ਆਪਾਂ ਕਰ ਲੈਂਦੇ ਹਾਂ। ਹਾਂਜੀ, ਉਹਨੂੰ ਅਸੀਂ ਕਹਿੰਦੇ ਵੀ ਯਾਕੂਬ ਨੇ ਧੋਖਾ ਕੀਤਾ ਤੇ ਇਸ ਕਰਕੇ ਯਾਕੂਬ ਕੀ ਆ, ਧੋਖੇਬਾਜ਼ ਆ। ਸੋ ਧੋਖੇ ਨਾਲ ਇਹ ਕਿਹਨੇ ਹੋਣ ਦਿੱਤਾ ਸਾਰਾ ਕੁਛ। ਤਾਂ ਪਰਮੇਸ਼ਵਰ ਰੋਕ ਵੀ ਸਕਦਾ ਸੀ ਨਾ, ਪਰਮੇਸ਼ਵਰ ਚਾਹੁੰਦਾ ਸੀਗਾ ਕਿ ਇਦਾਂ ਹੀ ਹੋਵੇ। ਤੇ ਪਰਮੇਸ਼ਵਰ ਨੇ ਯਾਕੂਬ ਦਾ ਨਾਮ ਕੀ ਰੱਖਿਆ, ਪਹਿਲਾਂ ਇਸਰਾਇਲ ਦਾ ਨਾਮ ਇਸਰਾਇਲ ਨਹੀਂ ਸੀ। ਯਾਕੂਬ ਦੇ ਪੁੱਤਰਾਂ ਤੋਂ ਜਦੋਂ ਯਾਕੂਬ ਦੇ 12 ਪੁੱਤਰ 2 ਹਿੱਸੇ ਵਿੱਚ ਹੋ ਗਏ ਤੇ ਜਿਹੜਾ ਇੱਕ ਹਿੱਸਾ ਸੀਗਾ ਉਹ ਇਸਰਾਇਲ ਦਾ ਹੋ ਗਿਆ, ਇੱਕ ਹਿੱਸਾ ਯਹੂਦਾ ਦਾ ਹੋ ਗਿਆ। ਇੱਕ ਪਾਸੇ ਯਹੂਦਾ ਦੇ ਵਿੱਚ ਕੁਝ ਪੁੱਤਰ ਚਲੇ ਗਏ, ਕੁਝ ਇਸਰਾਇਲ ਦੇ ਵਿੱਚ ਚਲੇ ਗਏ, ਹੈ ਨਾ। ਤੇ ਉਹਨਾਂ ਦੇ ਵਿੱਚੋਂ ਪੁੱਤਰ ਵੰਡੇ ਗਏ। ਸੋ ਯਾਕੂਬ ਦੇ ਨਾਮ ਤੋਂ ਇਸਰਾਇਲ ਦਾ ਨਾਮ ਜਿਹੜਾ ਆ ਉਹ ਰੱਖਿਆ ਗਿਆ। ਜਿੱਥੇ ਤੱਕ ਮੈਂ ਪੜ੍ਹਿਆ ਉਹ ਜਿਸ ਤਰ੍ਹਾਂ ਬਾਈਬਲ ਬਿਆਨ ਕਰਦੀ ਹੈ, ਜਿਸ ਤਰ੍ਹਾਂ ਹੋਰ ਵੀ ਕਿਤਾਬਾਂ ਬਿਆਨ ਕਰਦੀਆਂ, ਉਸ ਦੇ ਨਾਲ ਹੀ ਯਾਕੂਬ ਦਾ ਨਾਮ ਜਿਹੜਾ ਪਰਮੇਸ਼ਰ ਕਿਹਾ ਕਿ ਇਸਰਾਇਲ ਹੋਵੇਗਾ, ਜਿਹਦਾ ਮਤਲਬ ਵੀ ਮਨੁੱਖਾਂ ਨੂੰ ਵੀ ਜਿੱਤਿਆ ਹੋਇਆ ਤੇ ਪਰਮੇਸ਼ਰ ਨੂੰ ਵੀ ਜਿੱਤਿਆ ਹੋਇਆ। ਇਸਰਾਇਲ ਦਾ ਮਤਲਬ ਇਹ ਆ। ਸੋ ਯਾਕੂਬ ਦੇ ਕੁਝ ਪੁੱਤਰਾਂ ਦੇ ਨਾਮ ਦੇ ਉੱਪਰ ਹੀ ਇਸਰਾਇਲ ਦਾ ਨਾਮ ਰੱਖਿਆ ਗਿਆ। ਉਸ ਤੋਂ ਪਹਿਲਾਂ ਮੇਰੇ ਹਿਸਾਬ ਨਾਲ ਜਾਂ ਜਿੱਥੋਂ ਤੱਕ ਮੈਂ ਪੜ੍ਹਿਆ ਸੁਣਿਆ ਜਾਂ ਸਿੱਖਿਆ ਆ, ਇਸਰਾਇਲ ਦਾ ਨਾਮ ਇਸਰਾਇਲ ਨਹੀਂ ਸੀਗਾ। ਉਹਨੇ ਪੁੱਤਰਾਂ ਦੇ ਨਾਮ ਤੋਂ ਬਾਅਦ ਇਸਰਾਇਲ ਜਾਣਿਆ ਗਿਆ। ਬੋਲੋ ਹਾਲੇਲੂਇਆ। ਪੁੱਤਰ ਦਰਸ਼ਨ ਵੇਖਣਗੇ। ਯਾਕੂਬ ਨੇ ਵੀ ਦਰਸ਼ਨ ਵੇਖ ਲਿਆ, ਜੀਨੇ ਵੀ ਕਹਿੰਦਾ ਮੈਂ ਵੇਖ ਲਿਆ ਦਰਸ਼ਨ ਪ੍ਰਭੂ ਦਾ, ਪਰਮੇਸ਼ਰ ਦਾ। ਸੋ ਇਸੇ ਤਰ੍ਹਾਂ ਬਹੁਤਿਆਂ ਨੇ ਦਰਸ਼ਨ ਵੇਖਿਆ, ਅੱਜ ਵੀ ਵੇਖਦੇ ਆ। ਅੱਜ ਵੀ ਬਹੁਤ ਸਾਰੀਆਂ ਗਵਾਹੀਆਂ ਹੁੰਦੀਆਂ ਕਿ ਅਸੀਂ ਪਰਮੇਸ਼ਰ ਦਰਸ਼ਨ ਵੇਖ ਲਿਆ। ਕਿ ਉਹ ਪਰਮੇਸ਼ਵਰ ਦੇ ਦਰਸ਼ਨ ਕਰ ਸਕਦਾ ਆ ਜਿਹਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਆ। ਬੋਲੋ ਹਾਲੇਲੂਇਆ। ਜਿਹਨੇ ਪਰਮੇਸ਼ਵਰ ਨੂੰ ਜਿੱਤ ਲਿਆ ਆ ਉਹ ਪਰਮੇਸ਼ਰ ਦਰਸ਼ਨ ਕਰ ਸਕਦਾ ਆ। ਜਿਹਨੇ ਦੁਨੀਆ ਨੂੰ ਵੀ ਜਿੱਤ ਲਿਆ ਔਰ ਜਿਹਨੇ ਪਰਮੇਸ਼ਰ ਨੂੰ ਵੀ ਜਿੱਤ ਲਿਆ। ਜਿਸ ਤਰ੍ਹਾਂ ਸੰਤ ਪੌਲੁਸ ਨੇ ਦੁਨੀਆ ਨੂੰ ਵੀ ਜਿੱਤਿਆ ਤੇ ਪਰਮੇਸ਼ਰ ਨੂੰ ਵੀ ਜਿੱਤ ਲਿਆ। ਤਾਂ ਹੀ ਤਾਂ ਪਰਮੇਸ਼ਰ ਨੇ ਇੰਨੀ ਬਰਕਤ ਦਿੱਤੀ, ਇੰਨਾ ਮੁਕਾਸ਼ਵਾ, ਇੰਨਾ ਗਿਆਨ ਦਿੱਤਾ ਉਹਨੂੰ। ਔਰ ਅੱਜ ਤੱਕ ਸੰਤ ਪੌਲੁਸ ਦਾ ਨਾਮ ਜਿਹੜਾ ਆ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਿਆ ਜਾਂਦਾ ਆ, ਕਿਉਂਕਿ ਪ੍ਰਭੂ ਯਿਸੂ ਮਸੀਹ ਦੇ 39 ਕੋੜੇ ਇੱਕ ਵਾਰੀ ਪਏ ਤੇ ਸੰਤ ਪੌਲੁਸ ਦੇ ਅੱਜ ਇੱਦਾਂ ਦਾ ਸੰਤ ਪੌਲੁਸ ਕੋਈ ਨਹੀਂ ਆ ਰਿਹਾ। ਅੱਜ ਇੱਦਾਂ ਦਾ ਸੰਤ ਪੌਲੁਸ ਕੋਈ ਵੀ ਨਹੀਂ ਆ ਰਿਹਾ। ਸੋ ਅਸੀਂ ਆਪਣੀ ਪਵਿੱਤਰਤਾ ਨੂੰ ਕਾਇਮ ਰੱਖਣਾ ਆ। ਅਸੀਂ ਆਪਣੀ ਪਵਿੱਤਰਤਾ ਦੀ ਰਾਖੀ ਕਰਨੀ ਆ, ਕਿਉਂਕਿ ਪਰਮੇਸ਼ਵਰ ਨੇ ਸਾਡੇ ਵਾਸਤੇ ਪਵਿੱਤਰ ਆਤਮਾ ਦਾ ਇੰਤਜ਼ਾਮ ਕੀਤਾ। ਯੂਐਲ ਨਬੀ ਨੇ ਪਹਿਲਾਂ ਕਹਿ ਦਿੱਤਾ ਸੀ। ਉਸ ਤੋਂ ਅੱਗੇ ਪੜਾਂਗੇ। ਹਾਂਜੀ, ਨਾਲੇ ਮੈਂ ਦਾਸਾਂ ਦਾਸੀਆਂ ਉੱਤੇ ਉਹਨੀ ਜਿਹੀ ਆਪਣਾ ਆਤਮਾ ਵਹਾਵਾਂਗਾ। ਆਪਣੇ ਦਾਸਾਂ ਤੇ ਆਪਣੇ ਦਾਸੀਆਂ ਉੱਤੇ ਉਹਨੇ ਦਿਨ ਕੀ ਕਰਾਂਗਾ, ਆਤਮਾ ਬਹਾਵਾਂਗਾ। ਪਰਮੇਸ਼ਵਰ ਪਵਿੱਤਰ ਆਤਮਾ ਦੀ ਦਾਤ ਜਿਹੜੇ ਦਾਨ ਆ ਉਹ ਆਪਣੇ ਲੋਕਾਂ ਦੇ ਉੱਤੇ ਬਹਾਉਣਾ ਚਾਹੁੰਦਾ, ਕਿਉਂਕਿ ਪਵਿੱਤਰ ਆਤਮਾ ਕਿਹਦੇ ਵਾਸਤੇ ਆ, ਇਮਾਨਦਾਰਾਂ ਦੇ ਵਾਸਤੇ ਹੀ ਆ। ਪਵਿੱਤਰ ਆਤਮਾ ਇਮਾਨਦਾਰਾਂ ਦੇ ਵਾਸਤੇ। ਪਵਿੱਤਰ ਆਤਮਾ ਦਾ ਹਿੱਸਾ ਸਾਨੂੰ ਬਾਈਬਲ 'ਚ ਬਹੁਤ ਸਿੱਖਣ ਨੂੰ ਮਿਲਦਾ ਆ। ਸੋ ਅਸੀਂ ਪਵਿੱਤਰ ਆਤਮਾ ਨੂੰ ਪਾਉਣਾ ਆ, ਕਿਉਂਕਿ ਕਲਾਮ ਵਿੱਚ ਯੋਹੰਨਾ ਦੀ ਅੰਜੀਲ ਵਿੱਚ ਵੀ ਲਿਖਿਆ ਵੀ ਜੇਕਰ ਕੋਈ ਜਲ ਤੇ ਆਤਮਾ ਤੋਂ ਪੈਦਾ ਨਹੀਂ ਹੁੰਦਾ ਦਾਖਲ ਨਹੀਂ ਹੋ ਸਕਦਾ। ਪਰਮੇਸ਼ਰ ਰਾਜ ਨੂੰ ਵੇਖ ਨਹੀਂ ਸਕਦਾ, ਪਰਮੇਸ਼ਰ ਰਾਜ ਨੂੰ ਦਾਖਲ ਨਹੀਂ ਹੋ ਸਕਦਾ ਜੇਕਰ ਉਹ ਆਤਮਾ ਔਰ ਜਲ ਤੋਂ ਪੈਦਾ ਨਾ ਹੋਵੇ। ਤਾਂ ਆਤਮਾ ਔਰ ਜਲ ਤੋਂ ਪੈਦਾ ਹੋਣਾ ਜ਼ਰੂਰੀ ਆ ਤਾਂ ਕਿ ਅਸੀਂ ਪਰਮੇਸ਼ਰ ਰਾਜ ਨੂੰ ਵੇਖ ਸਕੀਏ ਔਰ ਪਰਮੇਸ਼ਰ ਰਾਜ ਵਿੱਚ ਅਸੀਂ ਦਾਖਲ ਹੋ ਸਕੀਏ। अब ਅਸੀਂ ਇੱਕ ਹੋਰ ਐਤ ਪੜਾਂਗੇ ਯੂਐਲ ਨਬੀ ਦੀ ਕਿਤਾਬ ਇਸੇ ਹਿੱਸੇ ਇਸੇ ਚੈਪਟਰ ਦੇ ਵਿੱਚੋਂ
23 ਤੋਂ 26 ਐਤ ਵੀ ਅਸੀਂ ਪੜਾਂਗੇ। हे सिय्योन ਦੇ ਪੁੱਤਰੋ, ਯਹੋਵਾ ਆਪਣੇ ਪਰਮੇਸ਼ਵਰ ਵਿੱਚ ਖੁਸ਼ੀ ਮਨਾਓ ਅਤੇ ਆਨੰਦ ਹੋਵੋ, ਕਿਉਂ ਜੋ ਉਹਨੇ ਤੁਹਾਡੇ ਸੁੱਖ ਲਈ ਪਹਿਲੀ ਬਾਰਿਸ਼ ਦਿੱਤੀ, ਉਹਨੇ ਤੁਹਾਡੇ ਲਈ ਪਹਿਲੀ ਅਤੇ ਪਿਛਲੀ ਵਰਖਾ ਵਰਹਾਈ, ਜਿਵੇਂ ਪਹਿਲਾਂ ਹੁੰਦਾ ਸੀ। ਹਾਲੇਲੂਇਆ। ਪਵਿੱਤਰ ਆਤਮਾ ਦੀ ਪਹਿਲੀ ਬਾਰਿਸ਼ ਕਦੋਂ ਹੋਈ ਸੀ ਭਲਾ? ਪੈਂਤੇਕੋਸਤ ਦੇ ਦਿਨ। ਔਰ ਪਹਿਲੀ ਬਾਰਿਸ਼ ਉਸ ਜਗ੍ਹਾ ਤੇ ਹੋਈ, ਔਰ ਉਸ ਤੋਂ ਬਾਅਦ ਪਰਮੇਸ਼ਵਰ ਨੇ ਫਿਰ ਤੋਂ ਦੂਸਰੀ ਵਾਰ ਜਿਹੜਾ ਪਵਿੱਤਰ ਆਤਮਾ ਆਪਣੇ ਲੋਕਾਂ ਦੇ ਉੱਤੇ ਬਹਾਉਣਾ ਸ਼ੁਰੂ ਕਰ ਦਿੱਤਾ। ਸਾਨੂੰ ਯਾਦ ਹੋਵੇਗਾ ਕਿ 1990 ਦੇ ਵਿੱਚ ਜਿਹੜਾ ਸੀਗਾ ਉਹ ਰੈਵੋਲੂਸ਼ਨ ਦਾ ਟਾਈਮ ਸੀਗਾ ਸਾਡੇ ਪੰਜਾਬ ਦੇ ਵਿੱਚ। ਪਹਿਲਾਂ ਪੰਜਾਬ ਦੇ ਪਵਿੱਤਰ ਆਤਮਾ ਦੇ ਬਾਰੇ ਬਹੁਤ ਘੱਟ ਲੋਕੀ ਜਾਣਦੇ ਸੀ, ਔਰ ਜਿਹੜੇ ਪੁਰਾਣੇ ਕੁਝ ਲੋਕ ਆ ਖੁਦਾ ਦੇ ਖਿਦਮਤਕਾਰ ਪੁਰਾਣੇ ਆ, ਉਹਨਾਂ ਨੂੰ ਪਤਾ ਹੋਵੇਗਾ ਕਿ ਜਲੰਧਰ ਦੇ ਵਿੱਚ ਕੁਝ ਚੰਦ ਖੁਦਾ ਦੇ ਸੇਵਕ ਸੀਗੇ ਜਿਨ੍ਹਾਂ ਨੇ ਪਵਿੱਤਰ ਆਤਮਾ ਦਾ ਪ੍ਰਚਾਰ ਪੰਜਾਬ ਦੇ ਵਿੱਚ ਜਾਂ ਜਲੰਧਰ ਸਿਟੀ ਦੇ ਵਿੱਚ ਸ਼ੁਰੂ ਕੀਤਾ। ਮੈਂ ਕੁਝ ਨਾਮਾਂ ਨੂੰ ਜਾਣਦਾ ਹਾਂ, ਪਰ ਉਹ ਤੋਂ ਪਹਿਲਾਂ ਪਵਿੱਤਰ ਆਤਮਾ ਦੇ ਬਾਰੇ ਜ਼ਿਕਰ ਨਹੀਂ ਸੀਗਾ। ਸੋ 19ਵੀਂ ਸਦੀ ਦੇ ਵਿੱਚ ਪਵਿੱਤਰ ਆਤਮਾ ਨੇ ਜਿਹੜਾ ਫਿਰ ਤੋਂ ਆਪਣੇ ਲੋਕਾਂ ਦੇ ਉੱਤੇ ਉਤਰਨਾ ਸ਼ੁਰੂ ਕਰ ਦਿੱਤਾ, ਔਰ ਉਸ ਸਮੇਂ ਦੇ ਵਿੱਚ ਜਿੰਨੇ ਲੋਕਾਂ ਨੇ ਵਿਸ਼ਵਾਸ ਕੀਤਾ 1990 ਦੇ ਵਿੱਚ, 1990 ਤੋਂ 2000 ਦੇ ਵਿੱਚ ਜਾਂ 80 ਤੋਂ 2000 ਦੇ ਵਿੱਚ ਜਿੰਨਿਆਂ ਲੋਕਾਂ ਨੇ ਵਿਸ਼ਵਾਸ ਕੀਤਾ, ਜਿੰਨਿਆਂ ਲੋਕਾਂ ਨੇ ਪ੍ਰਤੀਤ ਕੀਤੀ, ਜਿੰਨਿਆਂ ਲੋਕਾਂ ਨੇ ਪਵਿੱਤਰ ਆਤਮਾ ਪਾਇਆ, ਉਹਨਾਂ ਵਿੱਚੋਂ ਬਹੁਤੇ ਅੱਜ ਖੁਦਾ ਦੇ ਸੇਵਕ ਆ। ਹਾਲੇਲੂਇਆ। ਜਿਨ੍ਹਾਂ ਨੂੰ ਮੈਂ ਜਾਣਦਾ ਖੁਦਾ ਦੇ ਸੇਵਕਾਂ ਨੂੰ, ਇਹ ਤਕਰੀਬਨ 1990 ਦਾ ਹੀ ਸਾਰਾ ਫਲ ਆ। ਔਰ ਜਿਹੜੀ ਦੂਸਰੀ ਬਾਰਿਸ਼ ਹੋਵੇਗੀ, ਪਹਿਲੀ ਬਾਰਿਸ਼ ਬੜੀ ਜ਼ੋਰ ਦੇ ਨਾਲ ਹੋਈ ਤੇ ਦੂਸਰੀ ਬਾਰਿਸ਼ ਵੀ ਜਿਹੜੀ ਆ ਉਹਦਾ ਵੀ ਜ਼ੋਰ ਅੱਜ ਤੱਕ ਵੇਖਿਆ ਜਾ ਰਿਹਾ ਆ। ਸੋ ਜਿਹੜੀ ਪਵਿੱਤਰ ਆਤਮਾ ਦੀ ਬਾਰਿਸ਼ ਜਿਹੜੀ ਆ ਇਹ ਹਾਲੇ ਤੱਕ ਬੰਦ ਨਹੀਂ ਹੋਈ। ਇਸ ਕਰਕੇ ਅਸੀਂ ਪਵਿੱਤਰ ਆਤਮਾ ਦੀ ਬਾਰਿਸ਼ ਦੇ ਵਿੱਚ ਭਿੱਜਣਾ ਆ, ਪਵਿੱਤਰ ਆਤਮਾ ਦੀ ਬਾਰਿਸ਼ ਨੂੰ ਆਪਣੇ ਉੱਤੇ ਲੈਣਾ ਆ, ਔਰ ਪਵਿੱਤਰ ਆਤਮਾ ਨੂੰ ਅਸੀਂ ਪਾਉਣਾ ਆ ਤਾਂ ਕਿ ਸਾਡੀ ਪਵਿੱਤਰਤਾ ਕਾਇਮ ਰਹਿ ਸਕੇ, ਅਸੀਂ ਪਵਿੱਤਰਤਾ ਦੀ ਰਾਖੀ ਕਰ ਸਕੀਏ। ਬੋਲੋ ਹਾਲੇਲੂਇਆ, ਹਾਲੇਲੂਇਆ। ਅੱਜ ਅਸੀਂ ਇੱਕ ਹੋਰ ਹਿੱਸਾ ਪੜਾਂਗੇ। ਜਿਵੇਂ ਜਿਵੇਂ ਆਤਮਾ ਨੇ ਪਵਿੱਤਰ ਆਤਮਾ ਨੇ ਆਪਣਾ ਦਾਇਰਾ ਵਧਾਇਆ ਨਾ, ਜਿਵੇਂ ਪਹਿਲੀ ਸਦੀ ਦੇ ਵਿੱਚ ਪੈਂਤੇਕੋਸਤ ਦੇ ਦਿਨ, ਪਹਿਲੀ ਤੋਂ ਤੀਸਰੀ ਸਦੀ ਦੇ ਵਿੱਚ ਪਵਿੱਤਰ ਆਤਮਾ ਲੋਕਾਂ ਦੇ ਉੱਪਰ ਉਤਰਦਾ ਸੀਗਾ, ਔਰ ਜਿਵੇਂ ਜਿਵੇਂ 1900 ਤੱਕ ਪਵਿੱਤਰ ਆਤਮਾ ਦਾ ਦਾਇਰਾ ਵਧਿਆ ਤੇ ਉਸ ਤਰ੍ਹਾਂ ਉਹਦੇ ਨਾਲ ਫਿਰ ਦੂਸਰਾ ਆਤਮਾ ਦਾ ਵੀ ਜਿਹੜਾ ਆ ਉਹ ਕਾਰਜ ਸ਼ੁਰੂ ਹੋ ਗਿਆ। ਕਿਉਂਕਿ ਇਹ ਜ਼ਮਾਨਾ ਜਿਹੜਾ ਹੈ ਨਾ, ਮੈਂ ਦੱਸਿਆ ਡਿਜੀਟਲ ਜ਼ਮਾਨਾ ਆ, ਡੁਪਲੀਕੇਸੀ ਦਾ ਜ਼ਮਾਨਾ ਆ, ਹੈ ਨਾ। ਜਾਣ ਕੇ ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਕਾਪੀ, ਹਰ ਚੀਜ਼ ਦੀ ਕੋਈ ਨਾ ਕੋਈ ਕਾਪੀ, ਹਾਰਮੋਨੀਅਮ ਦੀ ਕਾਪੀ ਹੈ। ਦੀਪਕ ਜੌਨਸਨ ਆਇਆ ਜੋ ਦੁਬਈ ਦੇ ਵਿੱਚ ਬਹੁਤ ਅੱਛੇ ਗੀਤ ਗਾ ਰਹੇ ਆ, ਹੈ ਨਾ, ਪਰ ਉਹਨਾਂ ਦੀ ਕਈ ਕਾਪੀ ਕਰੀ ਜਾਂਦੇ। ਬੈਨੀਹਿਨ ਖੁਦਾ ਦਾ ਦਾਸ ਬੜਾ ਅੱਛਾ ਖਿਦਮਤਗਾਰ, ਕਈ ਬੈਨੀਹਿਨ ਦੀ ਕਾਪੀ ਕਰੀ ਜਾਂਦੇ। ਘੜੀਆਂ ਰਾਡੋ ਆ ਗਈਆਂ ਤੇ ਕਈ ਰਾਡੋ ਘੜੀ ਦੀ ਕਾਪੀ ਵੀ ਕਰੀ ਜਾਂਦੇ। ਜੇ ਪਵਿੱਤਰ ਆਤਮਾ ਆਇਆ ਤੇ ਫਿਰ ਪਵਿੱਤਰ ਆਤਮਾ ਦੀ ਵੀ ਕਾਪੀ ਕਰੀ ਜਾਂਦੇ ਆ। ਖੁਦਾ ਦਾ ਸੰਤ ਪੁਲਿਸ ਨੇ ਕਿਹਾ ਕਿ ਅਸੀਂ ਨਾ ਦੂਸਰੇ ਆਤਮਾ ਦੀ ਪ੍ਰਤੀਤ ਕਰਨੀ ਆ, ਨਾ ਦੂਸਰੇ ਯਿਸੂ ਮਸੀਹ ਦੀ ਪ੍ਰਤੀਤ ਕਰਨੀ ਆ, ਔਰ ਨਾ ਅਸੀਂ ਦੂਸਰੇ ਸੁਸਮਾਚਾਰ ਦੀ ਅਸੀਂ ਪ੍ਰਤੀਤ ਨਹੀਂ ਕਰਨੀ। ਇਹਦਾ ਮਤਲਬ ਸੁਸਮਾਚਾਰ ਦੀ ਵੀ ਕਾਪੀ ਹੋਈ ਆ, ਖੁਸ਼ਖਬਰੀ ਦੀ ਵੀ ਕਾਪੀ ਹੋਈ ਆ, ਪਵਿੱਤਰ ਆਤਮਾ ਦੀ ਵੀ ਕਾਪੀ ਹੋਈ ਆ, ਤੇ ਪ੍ਰਭੂ ਯਿਸੂ ਮਸੀਹ ਦੀ ਵੀ ਕਾਪੀ ਹੋਈ ਪਈ ਆ। ਕੁਰਿੰਥੀਆਂ ਵਿੱਚ ਲਿਖਿਆ ਦੂਸਰਾ ਯਿਸੂ ਜਿਹਦੀ ਅਸੀਂ ਪ੍ਰਤੀਤ ਨਹੀਂ ਕਰਨੀ। ਪੜ੍ਹ ਕੇ ਵੇਖਾਂਗੇ ਅਸੀਂ ਦੂਸਰਾ ਕੁਰਿੰਥੀਅਸ 11 ਬਾਬ 3 और 4 है। दूसरा कुरिन्थियस अच्छा खाली याद पढ़ेंगे, उसके बाद असली प्रार्थना करेंगे। दूसरा कुरिन्थियस 11 बाब 3 और 4 है। पर मैं डरदा हां कि किते एयो ना होवे हां जी कि जिवें सब ने अपनी खसर विद्या नाल हवा ਨੂੰ ਬਰਮਾਇਆ, ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ ਜਾਣ। ਹਾਲੇਲੂਇਆ। ਜਿਵੇਂ ਹਵਾ ਦਾ ਮਨ ਵਿਗੜ ਗਿਆ, ਹਵਾ ਦੀ ਸਾਦਗੀ ਵਿਗੜ ਗਈ, ਆਦਮ ਦੀ ਸਾਦਗੀ ਵਿਗੜ ਗਈ, ਉਹਨਾਂ ਦੀ ਪਵਿੱਤਰਤਾ ਹੀ ਵਿਗੜ ਗਈ, ਤੇ ਸੰਤ ਪੌਲੁਸ ਕੀ ਕਹਿ ਰਿਹਾ, ਮੈਂ ਤੁਹਾਡੇ ਲਈ ਫਿਕਰ ਮੰਨਦੇ ਹਾਂ ਵੀ ਕਿਤੇ ਤੁਹਾਡੀ ਵੀ ਪਵਿੱਤਰਤਾ ਉਸੇ ਤਰ੍ਹਾਂ ਬਦਲ ਨਾ ਜਾਵੇ, ਤੁਹਾਡੀ ਵੀ ਸਾਦਗੀ ਕਬੂਤਰਾਂ ਵਾਂਗੂ ਭੋਲਾਪਨ ਕਿਤੇ ਵਿਗੜ ਨਾ ਜਾਵੇ, ਤੁਹਾਡੀ ਵੀ ਸਾਦਗੀ ਕਿਤੇ ਵਿਗੜ ਨਾ ਜਾਵੇ, ਤੁਹਾਡੀ ਵੀ ਪਵਿੱਤਰਤਾ ਕਿਤੇ ਵਿਗੜ ਨਾ ਜਾਵੇ। ਕਹਿੰਦਾ ਮੈਨੂੰ ਫਿਕਰ ਲੱਗਾ ਹੋਇਆ। ਪੜਾਂਗੇ ਅੱਗੇ। ਹਾਂਜੀ। ਜੇ ਤਾਂ ਕੋਈ ਆਉਣ ਵਾਲਾ ਕਿਸੇ
ਦੂਜੇ ਯਿਸੂ ਦੀ ਮਨਾਦੀ ਕਰ ਹਾਂ, ਜੇਕਰ ਕੋਈ ਆਉਣ ਵਾਲਾ ਕਿਸੇ ਦੂਜੇ ਯਿਸੂ ਦੀ ਮਨਾਦੀ ਕਰਦਾ, ਇਹਦਾ ਮਤਲਬ ਦੂਜਾ ਯਿਸੂ ਹੈਗਾ ਆ, ਦੁਨੀਆ 'ਚ ਕਾਰਜ ਕਰਦਾ ਪਿਆ ਆ, ਉਹ ਕਾਪੀ ਕਰਦਾ ਪਿਆ ਪ੍ਰਭੂ ਯਿਸੂ ਮਸੀਹ ਦੀ। ਉਹ ਕਹਿ ਰਿਹਾ ਕਿ ਉਹ ਪ੍ਰਭੂ ਯਿਸੂ ਮਸੀਹ ਮੈਂ ਆ, ਜਿਹਨੂੰ ਤੁਸੀਂ ਜਾਣਦੇ ਹੋ ਉਹ ਨਹੀਂ ਪ੍ਰਭੂ ਯਿਸੂ ਮਸੀਹ, ਉਹ ਤਾਂ ਹਲੇ ਆਇਆ ਹੀ ਨਹੀਂ। ਦੇਖੋ ਮੈਂ ਆ ਵੀ ਗਿਆ, ਉਹ ਲਿਖਿਆ ਪ੍ਰਭੂ ਯਿਸੂ ਮਸੀਹ, ਮੈਂ ਪ੍ਰਭੂ ਯਿਸੂ ਮਸੀਹ ਹਾਂ। ਲਿਖਿਆ ਜੇਕਰ ਦੂਜੇ ਯਿਸੂ ਦੀ ਕੋਈ ਮਨਾਦੀ ਕਰਦਾ, ਹਾਂਜੀ, ਜਿਹਦੀ ਅਸੀਂ ਮਨਾਦੀ ਨਹੀਂ ਕਰਦੇ, ਅਸੀਂ ਇੱਕੋ ਯਿਸੂ ਦੀ ਕਰਦੇ ਹਾਂ ਜਿਹੜਾ ਪਰਮੇਸ਼ਰ ਦਾ ਪੁੱਤਰ ਹੈ, ਹਾਂਜੀ, ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਿਹੜਾ ਤੁਹਾਨੂੰ ਨਾ ਮਿਲਿਆ, ਹਾਂਜੀ,